In today's video, we are going to talk about writing task 2, and the particular one is cause and solution, that how we can write the cause and solution essay। ਤਾਂ ਇਹਨੂੰ ਸਭ ਤੋਂ ਪਹਿਲਾਂ ਲਿਖਣ ਦੇ ਦੋ ਵੇਜ਼ ਹੈ, ਤੁਸੀਂ ਦੋਨਾਂ ਵਿੱਚੋਂ ਕੋਈ ਵੀ ਅਡਾਪਟ ਕਰ ਸਕਦੇ ਹੋ। ਫਰਸਟਲੀ ਤੁਸੀਂ ਇੰਟਰੋਡਕਸ਼ਨ ਲਿਖਣਾ, ਇੰਟਰੋਡਕਸ਼ਨ ਕਿਵੇਂ ਲਿਖਣਾ ਵੀ ਵਿਲ ਡਿਸਕਸ ਇਨ ਦ ਲੇਟਰ ਵੀਡੀਓ। ਉਸ ਤੋਂ ਬਾਅਦ ਤੁਸੀਂ ਬੋਡੀ ਪੈਰਾਗ੍ਰਾਫ 1 ਲਿਖਣਾ ਹੈ, ਜਿਹਦੇ ਵਿੱਚ ਐਟਲੀਸਟ ਤੁਹਾਡੇ ਕੋਲੇ ਦੋ ਕਾਜ਼ਸ ਹੋਣੇ ਚਾਹੀਦੇ, ਤੁਸੀਂ ਸਿਰਫ ਕਾਜ਼ਸ ਨੂੰ ਡਿਸਕਸ ਕਰਨਾ ਹੈ। ਦੈਨ ਤੁਸੀਂ ਬੋਡੀ ਪੈਰਾਗ੍ਰਾਫ 2 ਲਿਖਣਾ ਹੈ, ਜਿਹਦੇ ਵਿੱਚ ਤੁਸੀਂ ਸੋਲਿਊਸ਼ਨਸ ਲਿਖਣੇ ਤੇ ਸੋਲਿਊਸ਼ਨਸ ਵੀ 2 ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਤੁਸੀਂ ਇੱਕ ਆਪਦਾ ਕਨਕਲੂਜਨ ਲਿਖਣਾ ਹੈ। ਸੈਕਿੰਡ ਵੇ ਇਹ ਆ ਕਿ ਤੁਸੀਂ ਇੰਟਰੋਡਕਸ਼ਨ ਲਿਖਣਾ ਹੈ, ਇੰਟਰੋਡਕਸ਼ਨ ਲਿਖਣ ਤੋਂ ਬਾਅਦ ਤੁਸੀਂ ਇੱਕ ਰੀਜ਼ਨ ਲਿਖਣਾ ਹੈ, ਪਲੱਸ ਉਸੇ ਰੀਜ਼ਨ ਦੇ ਤੁਸੀਂ ਸੋਲਿਊਸ਼ਨ ਲਿਖਣੇ ਹੈ। ਰੈਲੇਵੈਂਟ ਸੋਲਿਊਸ਼ਨਸ ਹੋਣੇ ਚਾਹੀਦੇ ਹਨ। BP2 ਦੇ ਵਿੱਚ ਵੀ ਤੁਸੀਂ ਇੱਕ ਰੀਜ਼ਨ ਲਿਖਣਾ ਹੈ, ਪਲੱਸ ਉਹਦੇ ਰੈਲੇਵੈਂਟ ਸੋਲਿਊਸ਼ਨ ਲਿਖਣੇ ਹੈ, ਐਂਡ ਉਸ ਤੋਂ ਬਾਅਦ ਤੁਸੀਂ ਕਨਕਲੂਜਨ ਲਿਖਣਾ ਹੈ। ਸੋ ਮੈਂ ਤੁਹਾਨੂੰ ਅੱਜ ਜਿਹੜਾ ਸੈਕਿੰਡ ਆਪਣਾ ਫਾਰਮੈਟ ਹੈ ਆਹ ਵਾਲਾ, ਜਿਹਦੇ ਵਿੱਚ BP1 ਦੇ ਵਿੱਚ ਆਪਾਂ ਰੀਜ਼ਨ ਪਲੱਸ ਸੋਲਿਊਸ਼ਨ ਲਿਖਾਂਗੇ, ਇਸ ਵੇ ਨਾਲ ਮੈਂ ਤੁਹਾਨੂੰ ਕਰਾਉਣ ਲੱਗੀ ਲੇਟੈਸਟ ਮੈਥਡ, ਐਂਡ ਇੱਦਾਂ ਹੀ ਤੁਸੀਂ ਕਰਿਓ, ਦੈਨ ਤੁਸੀਂ ਤੁਹਾਡੇ ਵਧੀਆ ਬੈਂਡ ਸਕੋਰ ਆਉਣਗੇ। ਸੋ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਇੰਟਰੋਡਕਸ਼ਨ ਦਾ ਕੀ ਮਤਲਬ ਹੁੰਦਾ। ਇੰਟਰੋਡਕਸ਼ਨ ਦਾ ਮਤਲਬ ਆ ਪੈਰਾਫਰੇਜ਼ ਦ ਸਟੇਟਮੈਂਟ ਐਂਡ ਟਰਾਈ ਟੂ ਐਡ ਯੋਰ ਵਿਊ ਇਨ ਇਟ, ਕਿ ਆਪਾਂ ਇੰਟਰੋਡਕਸ਼ਨ ਦੇ ਵਿੱਚ ਸਟੇਟਮੈਂਟ ਨੂੰ ਪੈਰਾਫਰੇਜ਼ ਕਰਨਾ ਹੈ। ਜੋ ਵੀ ਤੁਹਾਨੂੰ ਸਟੇਟਮੈਂਟ ਦਿੱਤੀ ਹੈ, ਜੋ ਵੀ ਕੁਐਸਚਨ ਦਿੱਤਾ ਹੈ, ਉਹਨੂੰ ਤੁਸੀਂ ਆਪਦੇ ਵਰਡਸ ਦੇ ਵਿੱਚ ਲਿਖਣਾ ਹੈ, ਐਂਡ ਟਰਾਈ ਟੂ ਐਡ ਯੋਰ ਵਿਊ ਇਨ ਇਟ, ਤੇ ਤੁਸੀਂ ਆਪਦੇ ਵਿਊ ਉਹਦੇ ਵਿੱਚ ਐਡ ਕਰਨ ਦੀ ਟਰਾਈ ਕਰਨੀ ਹੈ। ਰਾਈਟ ਡਾਊਨ ਦਾ ਥੀਸਿਸ ਸਟੇਟਮੈਂਟ, ਦੈਨ ਉਸ ਤੋਂ ਬਾਅਦ ਤੁਸੀਂ ਥੀਸਿਸ ਸਟੇਟਮੈਂਟ ਲਿਖਣੀ ਹੈ ਕਿ ਟਾਸਕ ਕਿਸ ਬਾਰੇ ਕੀ ਪੁੱਛਿਆ ਗਿਆ ਤੇ ਤੁਸੀਂ ਅੱਗੇ ਟਾਸਕ ਵਿੱਚ ਕੀ ਦੱਸੋਗੇ। BP1 ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਟੌਪਿਕ ਸੈਂਟੈਂਸ ਲਿਖਣਾ ਹੈ। ਟੌਪਿਕ ਸੈਂਟੈਂਸ ਮੀਨਸ ਟੈਲ ਦ ਐਗਜ਼ਾਮੀਨਰ ਦੈਟ ਵਾਟ ਆਰ ਯੂ ਗੋਇੰਗ ਟੂ ਡਿਸਕ੍ਰਾਈਬ, ਕਿ ਤੁਸੀਂ ਐਗਜ਼ਾਮੀਨਰ ਨੂੰ ਜਾਂ ਰੀਡਰ ਨੂੰ ਇਹ ਦੱਸਣਾ ਕਿ ਤੁਸੀਂ ਨੈਕਸਟ ਇਸ ਬੋਡੀ ਪੈਰਾਗ੍ਰਾਫ ਦੇ ਵਿੱਚ ਕੀ ਡਿਸਕ੍ਰਾਈਬ ਕਰੋਗੇ, ਕਾਹਦੇ ਬਾਰੇ ਡਿਸਕ੍ਰਾਈਬ ਕਰੋਗੇ। ਤਾਂ ਉਸ ਨੂੰ ਸਭ ਤੋਂ ਪਹਿਲਾਂ ਤੁਸੀਂ ਫਸਟ ਐਂਡ ਫੋਰਮੋਸਟ ਲਾ ਕੇ ਉਸ ਨੂੰ ਸਟਾਰਟ ਕਰ ਸਕਦੇ ਹੋ। ਫਿਰ ਤੁਸੀਂ ਆਪਦਾ ਫਸਟ ਵਿਊ ਲਿਖਣਾ ਕਿ ਕੀ ਤੁਸੀਂ ਇਸ ਚੀਜ਼ ਜੋ ਵੀ ਤੁਹਾਨੂੰ ਸਟੇਟਮੈਂਟ ਦਿੱਤੀ ਗਈ ਹੈ ਉਸ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਜਾਂ ਕਿਹਨੂੰ ਉਸ ਦਾ ਕਾਰਨ ਮੰਨਦੇ ਹੋ। ਉਸ ਤੋਂ ਬਾਅਦ ਟੂ ਬੀ ਮੋਰ ਪ੍ਰਿਸਾਈਜ਼ ਲਿਖਣਾ। ਉਸ ਤੋਂ ਦੈਨ ਆਫਟਰ ਤੁਸੀਂ ਉਹਦਾ ਐਕਸਪਲੇਨੇਸ਼ਨ ਦੇ ਦੇਣਾ। 2-2.5 ਲਾਈਨਾਂ ਦੇ ਵਿੱਚ ਐਕਸਪਲੇਨੇਸ਼ਨ ਇਨਫ ਹੁੰਦਾ ਹੈ, ਜ਼ਿਆਦਾ ਸਟੋਰੀ ਨਹੀਂ ਪਾਉਣੀ, ਡੀਪਲੀ ਉਹਨੂੰ ਐਕਸਪਲੇਨ ਨਹੀਂ ਕਰਨਾ, ਸਿਰਫ ਇੱਕ ਸ਼ਾਰਟ ਐਂਡ ਸਵੀਟ ਵਿਦ ਇਫੈਕਟਿਵ ਵਰਡਸ ਐਂਡ ਕੋਹੀਜ਼ਨ ਕੋਹਰੈਂਸ ਤੁਸੀਂ ਉਹਨੂੰ ਐਕਸਪਲੇਨ ਕਰਨਾ ਹੈ। ਉਸ ਤੋਂ ਬਾਅਦ ਫੋਰ ਐਗਜ਼ਾਮਪਲ ਮਸਟ ਬੀ ਰੈਲੇਵੈਂਟ ਟੂ ਦਾ ਅਬਵ ਵਿਊ, ਤੁਸੀਂ ਜੋ ਵੀ ਇੱਥੇ ਐਗਜ਼ਾਮਪਲ ਪਾਉਣਾ ਉਹ ਐਗਜ਼ਾਮਪਲ ਤੁਸੀਂ ਉੱਤੇ ਦਿੱਤੇ ਗਏ ਵਿਊ ਦੇ ਨਾਲ ਤੁਹਾਡਾ ਬਿਲਕੁਲ ਰੈਲੇਵੈਂਟ ਹੋਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਵਿਊ ਦੇ ਵਿੱਚ ਦੱਸ ਰਹੇ ਹੋ ਆਪਣੇ ਕੋਲੇ ਓਬੇਸਿਟੀ ਦਾ ਟਾਸਕ ਹੈ, ਤਾਂ ਤੁਸੀਂ ਕਹਿ ਰਹੇ ਹੋ ਕਿ ਫਾਸਟ ਫੂਡ ਦਾ ਕਰਕੇ ਓਬੇਸਿਟੀ ਵੱਧ ਰਹੀ ਹੈ, ਤੇ ਐਗਜ਼ਾਮਪਲ ਤੁਸੀਂ ਕੋਈ ਪੋਲਿਊਸ਼ਨ ਦਾ ਦੇ ਰਹੇ ਹੋ ਜਾਂ ਤੁਸੀਂ ਐਕਸਰਸਾਈਜ਼ ਦਾ ਦੇ ਰਹੇ ਹੋ, ਤਾਂ ਇਹ ਬਿਲਕੁਲ ਇਰਰੈਲੇਵੈਂਟ ਐਗਜ਼ਾਮਪਲ ਹੋਊਗਾ। ਉਹਦੇ ਵਿੱਚ ਤੁਸੀਂ ਓਬੇਸਿਟੀ ਦਾ ਹੀ ਦੱਸਣਾ, ਜਿਵੇਂ ਤੁਸੀਂ ਕਹਿ ਸਕਦੇ ਹੋ ਕਿ US ਕੈਨੇਡਾ ਜਾਂ ਕਿਸੇ ਵੀ ਕੰਟਰੀ ਦਾ ਐਗਜ਼ਾਮਪਲ ਲੈ ਕੇ ਕਿ ਉੱਥੇ ਅਪਰੋਕਸੀਮੇਟਲੀ 65% ਲੋਕੀ ਓਬੀਜ਼ ਪਾਏ ਗਏ ਹੈ ਜਸਟ ਬਿਕੋਜ਼ ਆਫ ਐਕਸੈਸਿਵ ਕੰਜ਼ੰਪਸ਼ਨ ਆਫ ਫਾਸਟ ਫੂਡ। ਤਾਂ ਇਸ ਤਰ੍ਹਾਂ ਤੁਸੀਂ ਉਹਨੂੰ ਰੈਲੇਵੈਂਟ ਕਰਕੇ ਹੀ ਲਿਖਣਾ ਹੈ। ਟੂ ਸੋਲਵ ਇਟ, ਫਿਰ ਉਸ ਤੋਂ ਬਾਅਦ ਤੁਸੀਂ ਉਹਦਾ ਇੱਕ ਸੋਲਿਊਸ਼ਨ ਲਿਖਣਾ ਹੈ। ਮਸਟ ਬੀ ਅਕੋਰਡਿੰਗ ਟੂ ਦਾ ਵਿਊ, ਤੇ ਉਹ ਸੋਲਿਊਸ਼ਨ ਕੀ ਹੋਣਾ ਚਾਹੀਦਾ ਹੈ, ਵਿਊ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ, ਜੋ ਕਾਰਨ ਤੁਸੀਂ ਦੱਸਿਆ ਉਹਦਾ ਹੀ ਸੋਲਿਊਸ਼ਨ ਹੋਣਾ ਚਾਹੀਦਾ ਹੈ। ਦੈਨ ਉਸ ਤੋਂ ਬਾਅਦ ਤੁਸੀਂ ਐਜ਼ ਅ ਰਿਜ਼ਲਟ ਉਸ ਚੀਜ਼ ਦਾ ਰਿਜ਼ਲਟ ਕੱਢਣਾ। ਰਿਜ਼ਲਟ ਕੱਢਣਾ ਨਹੀਂ ਭੁੱਲਣਾ, ਇਹ ਤੁਸੀਂ ਜ਼ਰੂਰ ਲਿਖਣਾ ਹੈ। ਇਹਦੇ ਨਾਲ ਤੁਹਾਡੇ ਬੈਂਡ ਸਕੋਰ ਡੈਫੀਨੇਟਲੀ ਇੰਪਰੂਵ ਹੋਊਗਾ, ਤੇ ਜੇ ਤੁਸੀਂ ਨਹੀਂ ਲਿਖਦੇ ਦੈਨ ਤੁਹਾਡਾ ਬੈਂਡ ਸਕੋਰ ਲੋ ਰਹਿ ਸਕਦਾ। ਨੈਕਸਟ ਮੂਵ ਕਰਦੇ ਹਾਂ BP2 ਲਈ। BP2 ਦਾ ਵੀ ਸੇਮ ਜਿਹਾ ਫਾਰਮੈਟ ਹੈ, ਬਸ ਇਹਦਾ ਜਿਹੜਾ ਸਟਾਰਟਰ ਆ ਉਹ ਚੇਂਜ ਆ। ਇਹਦਾ ਹੈ ਅਨਦਰ ਵਰਥ ਕੰਸੀਡਰਿੰਗ ਰੀਜ਼ਨ ਇਜ਼, ਕਿ ਦੂਸਰਾ ਵਰਥ ਕੰਸੀਡਰਿੰਗ ਰੀਜ਼ਨ ਕੀ ਆ। ਉਹਦੇ ਵਿੱਚ ਫਿਰ ਤੁਸੀਂ ਕੀ ਕਰਨਾ, ਉਹਦਾ ਸੈਕਿੰਡ ਵਿਊ, ਫਸਟ ਵਿਊ ਤਾਂ ਤੁਸੀਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਡਿਸਕ੍ਰਾਈਬ ਕਰ ਹੀ ਚੁੱਕੇ ਹੋ, ਤਾਂ ਤੁਸੀਂ ਹੁਣ ਇੱਥੇ ਸੈਕਿੰਡ ਵਿਊ ਲਿਖਣਾ। ਉਸ ਤੋਂ ਬਾਅਦ ਟੂ ਬੀ ਮੋਰ ਪ੍ਰਿਸਾਈਜ਼ ਲਿਖੋ, ਜਾਂ ਟੂ ਐਕਸਪਲੀਕੇਟ, ਟੂ ਐਕਸਪਲੇਨ ਇਟ ਵੀ ਲਿਖ ਸਕਦੇ ਹੋ, ਟੂ ਐਕਸਪਲੇਨ ਇਟ। ਸੋ ਟੂ ਐਕਸਪਲੇਨ ਇਟ, ਦੈਨ ਉਸ ਤੋਂ ਬਾਅਦ ਤੁਸੀਂ ਉਸ ਰੀਜ਼ਨ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੇਣਾ ਕਿ ਤੁਸੀਂ ਇਹ ਰੀਜ਼ਨ ਦਿੱਤਾ ਤਾਂ ਤੁਹਾਨੂੰ, ਕਿ ਤੁਸੀਂ ਇਹ ਰੀਜ਼ਨ ਕਿਉਂ ਦਿੱਤਾ, ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ। ਫਿਰ ਉਸ ਤੋਂ ਬਾਅਦ ਫੋਰ ਐਗਜ਼ਾਮਪਲ ਇਫ ਯੂ ਹੈਵ, ਮਤਲਬ ਇਸ ਬੋਡੀ ਪੈਰਾਗ੍ਰਾਫ ਦੇ ਵਿੱਚ ਐਗਜ਼ਾਮਪਲ ਮੈਂਡੇਟਰੀ ਨਹੀਂ ਹੈਗਾ, ਜੇ ਤੁਹਾਡੇ ਕੋਲ ਹੈਗਾ ਐਗਜ਼ਾਮਪਲ ਤਾਂ ਤੁਸੀਂ ਐਡ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਟੂ ਸੋਲਵ ਇਟ ਜਾਂ ਟੂ ਦ ਸੋਲਿਊਸ਼ਨ ਵੁੱਡ ਬੀ ਲਾਈਕ ਦਿਸ, ਇਸ ਤਰ੍ਹਾਂ ਤੁਸੀਂ ਲਾਈਨ ਯੂਜ਼ ਕਰਕੇ ਇਸ ਦਾ ਸੋਲਿਊਸ਼ਨ ਲਿਖਣਾ ਹੈ। ਮਸਟ ਬੀ ਅਕੋਰਡਿੰਗ ਟੂ ਦਾ ਵਿਊ, ਤੇ ਜਿਹੜਾ ਸੋਲਿਊਸ਼ਨ ਆ ਉਹ ਵਿਊ ਦੇ ਮਸਟ ਬੀ ਅਕੋਰਡਿੰਗ ਹੋਣਾ ਚਾਹੀਦਾ, ਉਸ ਦੇ ਰੈਲੇਵੈਂਟ ਹੀ ਹੋਣਾ ਚਾਹੀਦਾ ਹੈ। ਫਿਰ ਉਸ ਤੋਂ ਬਾਅਦ ਫਿਰ ਤੁਸੀਂ ਰਿਜ਼ਲਟ ਕੱਢਣਾ। ਅਗੇਨ ਆਈ ਐਮ ਸੇਇੰਗ ਡੋਂਟ ਫੋਰਗੇਟ ਟੂ ਰਾਈਟ ਐਜ਼ ਅ ਰਿਜ਼ਲਟ, ਡੋਂਟ ਫੋਰਗੇਟ ਟੂ ਰਾਈਟ ਦ ਰਿਜ਼ਲਟ ਬਿਕਾਜ਼ ਇਟ ਇਜ਼ ਵੈਰੀ ਇੰਪੋਰਟੈਂਟ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ।
ਉਸ ਤੋਂ ਬਾਅਦ ਆਪਾਂ ਕਨਕਲੂਜਨ ਲਿਖਣਾ ਹੈ। ਕਨਕਲੂਜਨ ਦੇ ਵਿੱਚ ਤੁਸੀਂ ਸਮਰਾਈਜ਼ ਦ ਇਨਫੋਰਮੇਸ਼ਨ ਦੈਟ ਯੂ ਹੈਵ ਡਿਸਕਸਡ ਅਬਵ। ਕਨਕਲੂਜਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਤੁਸੀਂ ਉੱਤੇ ਡਿਸਕਸ ਕਰਕੇ ਆਏ ਹੋ ਉਸ ਨੂੰ ਤੁਸੀਂ ਸਮਰਾਈਜ਼ ਕਰਨਾ ਹੈ, ਮਤਲਬ ਆਪਦੇ ਵਰਡਸ ਦੇ ਵਿੱਚ ਲਿਖਣਾ ਹੈ ਉਹਨਾਂ ਚੀਜ਼ਾਂ ਨੂੰ ਹੀ। ਮਸਟ ਬੀ ਆਫ 3 to 4 ਲਾਈਨਸ, ਤੇ ਜਿਹੜਾ ਇਹ ਕਨਕਲੂਜਨ ਹੈ ਐਟਲੀਸਟ 3 ਤੋਂ 4 ਲਾਈਨਸ ਦਾ ਹੋਣਾ ਚਾਹੀਦਾ ਹੈ। ਐਂਡ ਕਨਕਲੂਜਨ, ਇੰਟਰੋਡਕਸ਼ਨ, ਸਾਰੇ ਟਾਸਕ ਦਾ ਇਫੈਕਟਿਵ ਲਿਖਿਆ ਬਹੁਤ ਜ਼ਰੂਰੀ ਹੈ। ਇਹਨੂੰ ਸਟਾਰਟ ਕਰਦੇ ਹਾਂ। ਅੱਜ ਦਾ ਕੁਐਸਚਨ ਹੈ ਇਨਫਲੂਐਂਸ ਆਫ ਹਿਊਮਨ ਬੀਇੰਗਸ ਔਨ ਦਾ ਵਰਲਡਸ ਇਕੋਸਿਸਟਮ ਇਜ਼ ਲੀਡਿੰਗ ਟੂ ਦ ਐਕਸਟੈਂਕਸ਼ਨ ਆਫ ਦ ਸਪੀਸ਼ੀਜ਼ ਐਂਡ ਲਾਸ ਆਫ ਬਾਇਓਡਾਇਵਰਸਿਟੀ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਨਫਲੂਐਂਸ ਹੋ ਰਿਹਾ ਹਿਊਮਨ ਬੀਇੰਗ ਦਾ ਵਰਲਡ ਦੀ ਇਕੋਸਿਸਟਮ ਦੇ ਉੱਤੇ ਇਜ਼ ਲੀਡਿੰਗ ਟੂ ਦ ਐਕਸਟੈਂਕਸ਼ਨ ਆਫ ਸਪੀਸ਼ੀਜ਼। ਇਹਦੇ ਨਾਲ ਕੀ ਹੈ, ਸਪੀਸ਼ੀਜ਼ ਦਾ ਐਕਸਟੈਂਕਸ਼ਨ ਹੋ ਰਿਹਾ ਐਂਡ ਲਾਸ ਆਫ ਬਾਇਓਡਾਇਵਰਸਿਟੀ, ਤੇ ਬਾਇਓਡਾਇਵਰਸਿਟੀ ਦਾ ਕੀ ਹੋ ਰਿਹਾ, ਲਾਸ ਹੋ ਰਿਹਾ। ਵਟ ਆਰ ਦ ਪ੍ਰਾਇਮਰੀ ਕਾਜ਼ਜ਼ ਆਫ loss of biodiversity। ਇਸ ਬਾਇਓਡਾਇਵਰਸਿਟੀ ਦੇ ਲਾਸ ਲਈ ਪ੍ਰਾਇਮਰੀ ਕਾਜ਼ਸ ਕੀ ਹੈ ਐਂਡ what solutions can you suggest, ਤੇ ਇਹਦੇ ਸੋਲਿਊਸ਼ਨਸ ਤੁਸੀਂ ਕੀ ਸੁਜੈਸਟ ਕਰੋਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇਖਦੇ ਹਾਂ ਆਪਾਂ। ਇੰਟਰੋਡਕਸ਼ਨ ਦੇ ਵਿੱਚ ਕਿਹਾ ਸੀ ਕਿ ਸਟੇਟਮੈਂਟ ਨੂੰ ਪੈਰਾਫਰੇਜ਼ ਕਰਨਾ ਹੈ। ਸੋ ਪੈਰਾਫਰੇਜ਼ ਆਪਾਂ ਕਿੱਦਾਂ ਕੀਤੀ ਆ, ਡਿਸਪਾਈਟ ਨੋਇੰਗ ਅਬਾਊਟ ਬਾਇਓਡਾਇਵਰਸਿਟੀਜ਼ ਇੰਪੋਰਟੈਂਸ ਫॉर ਅ ਲੌਂਗ ਟਾਈਮ, ਕਿ ਲੰਬੇ ਸਮੇਂ ਤੋਂ ਹੀ ਜਿਹੜੀ ਬਾਇਓਡਾਇਵਰਸਿਟੀ ਦੀ ਇੰਪੋਰਟੈਂਸ ਹੈ ਉਹਨੂੰ ਜਾਣਦੇ ਹੋਣ ਦੇ ਬਾਵਜੂਦ ਵੀ ਹਿਊਮਨ ਐਕਟੀਵਿਟੀ ਹੈਜ਼ ਬੀਨ ਕਾਜ਼ਿੰਗ ਮੈਸਿਵ ਐਕਸਟੈਂਕਸ਼ਨ ਆਫ ਡਿਫਰੈਂਟ ਸਪੀਸ਼ੀਜ਼। ਜਿਹੜੀ ਹਿਊਮਨ ਦੀ ਐਕਟੀਵਿਟੀ ਹੈ ਉਹ ਉਹਦੇ ਨਾਲ ਕੀ ਹੈ, ਮੈਸਿਵ ਹੁੰਦਾ, ਬਹੁਤ ਜ਼ਿਆਦਾ ਐਕਸਟੈਂਕਸ਼ਨ ਹੋ ਰਿਹਾ ਡਿਫਰੈਂਟ ਸਪੀਸ਼ੀਜ਼ ਦਾ। ਇਹ ਹਿਊਮਨ ਐਕਟੀਵਿਟੀ ਉਸ ਦਾ ਕਾਰਨ ਬਣ ਰਹੀਆਂ। ਨੈਕਸਟ ਉਸ ਤੋਂ ਬਾਅਦ ਐਡ ਦ ਵਿਊ ਇਨ ਦ ਥੀਸਿਸ ਸਟੇਟਮੈਂਟ। ਤਾਂ ਆਪਾਂ ਕੀ ਕਰਨਾ ਹੈ, ਇਹਦੇ ਵਿੱਚ ਵਿਊ ਐਡ ਕਰਨਾ ਹੈ। ਦਿਸ ਐਸੇ ਵਿਲ ਐਗਜ਼ਾਮਿਨ ਦ ਮੇਨ ਕਾਜ਼ਜ਼। ਇਹ ਐਸੇ ਜਿਹੜਾ ਹੈ ਇਹ ਮੇਨ ਕਾਜ਼ਜ਼ ਨੂੰ ਐਗਜ਼ਾਮਿਨ ਕਰੂਗਾ, ਜਿਵੇਂ ਕਿ ਸਚ ਐਸ ਚੇਂਜਸ ਇਨ ਨੈਚੁਰਲ ਹੈਬਿਟੈਟਸ, ਪੋਲਿਊਸ਼ਨ, ਜਾਂ ਤੁਸੀਂ ਇਹਦੇ ਵਿੱਚ ਹੋਰ ਵੀ ਐਡ ਕਰ ਸਕਦੇ ਹੋ ਓਵਰ ਐਕਸਪਲੋਇਟੇਸ਼ਨ। ਯੂ ਕੁਡ ਆਲਸੋ ਯੂਜ਼ ਵਨ, ਜਸਟ ਵੇਟ, ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਐਂਡ ਓਵਰ ਐਕਸਪਲੋਇਟੇਸ਼ਨ ਆਫ ਕਿਹਦਾ, ਆਫ ਲਾਸ ਆਫ ਬਾਇਓਡਾਇਵਰਸਿਟੀ। ਸੋ ਹੁਣ ਤੁਸੀਂ ਇੱਥੇ ਦੇਖੋ ਜਿਹੜੇ ਆਹ ਸਚ ਐਸ ਤੋਂ ਬਾਅਦ ਆਪਾਂ ਯੂਜ਼ ਕੀਤੇ ਆ, ਇਹ ਕੀ ਹੈ, ਆਪਾਂ ਵਿਊਜ਼ ਨੂੰ ਯੂਜ਼ ਕੀਤਾ ਹੈ। ਇਹ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਇਹਦੇ ਵਿੱਚ ਵਿਊ ਐਡ ਕਰਨੇ, ਸੋ ਇਸ ਤਰ੍ਹਾਂ ਨਾਲ ਆਪਾਂ ਇਹਦੇ ਵਿੱਚ ਵਿਊ ਐਡ ਕਰ ਸਕਦੇ ਹਾਂ। These are, I have used the views in it। yes, ਇਹ ਹੈਗੇ ਵਿਊ ਜਿਹੜੇ ਮੈਂ ਯੂਜ਼ ਕੀਤੇ ਆ ਆਫ ਲਾਸ ਆਫ ਬਾਇਓਡਾਇਵਰਸਿਟੀ ਅਲੋਂਗ ਵਿਦ ਦ ਪਲੋਜ਼ੀਬਲ ਮੇਜਰਸ ਆਫ ਇਟ। ਇਹਦੇ ਨਾਲ ਆਪਾਂ ਕੀ ਯੂਜ਼, ਇਹਦੇ ਕੀ ਡਿਸਕਸ ਕਰਾਂਗੇ, ਪਲੋਜ਼ੀਬਲ ਮੇਜਰਸ, ਇਹ ਮੇਜਰਸ ਲਾਈਕ ਸੋਲਿਊਸ਼ਨਸ। ਸੋ ਇਹ ਇੰਟਰੋਡਕਸ਼ਨ ਹੋ ਗਿਆ। ਇੱਕ ਪੂਰਾ ਇੰਟਰੋਡਕਸ਼ਨ ਆਪਾਂ ਦੇਖ ਲੈਂਦੇ ਕਿਵੇਂ ਲਿਖਿਆ ਜਾਂਦਾ ਹੈ ਇਸ ਟਾਈਪ ਨਾਲ। ਡਿਸਪਾਈਟ ਨੋਇੰਗ ਅਬਾਊਟ ਬਾਇਓਡਾਇਵਰਸਿਟੀਜ਼ ਇੰਪੋਰਟੈਂਸ ਫॉर ਅ ਲੌਂਗ ਟਾਈਮ, human activity has been causing massive extinctions of different species. This essay will examine the main causes such as changes in natural habitats and pollution of loss of biodiversity along with the plausible measures of it। ਇਹਦੇ ਨਾਲ ਕੀ ਹੈ, ਇਹਦੇ plausible measures ਨੂੰ ਵੀ ਇਹ discuss ਕਰ ਰਹੇ ਹਨ। ਸੋ ਇਸ ਟਾਈਪ ਨਾਲ ਤੁਸੀਂ ਇੰਟਰੋਡਕਸ਼ਨ ਲਿਖਣਾ ਹੈ। ਹੋਪ ਤੁਹਾਨੂੰ ਇੰਟਰੋਡਕਸ਼ਨ ਬਿਲਕੁਲ ਸਮਝ ਆ ਗਿਆ ਹੋਊਗਾ। Just write down। ਇੱਕ ਐਡ ਆਪਾਂ ਹੋਰ ਕੀਤਾ ਸੀ ਓਵਰ ਐਕਸਪਲੋਇਟੇਸ਼ਨ। ਨੈਕਸਟ ਆਪਾਂ ਰੀਡ ਕਰਦੇ ਹਾਂ ਇਸ ਨੂੰ, ਬੋਡੀ ਪੈਰਾਗ੍ਰਾਫ ਨੂੰ। ਕਮੈਂਸਿੰਗ ਵਿਦ ਦ ਮੋਸਟ ਸੈਲੈਂਟ ਰੀਜ਼ਨ। ਜਦੋਂ ਤੁਸੀਂ ਬੋਡੀ ਪੈਰਾਗ੍ਰਾਫ ਸਟਾਰਟ ਕਰਨਾ ਤਾਂ ਤੁਸੀਂ ਇਸ ਤਰ੍ਹਾਂ ਨਾਲ ਸਟਾਰਟ ਕਰ ਸਕਦੇ ਹੋ। commencing with the most salient reason behind the species extinction। ਜਿਹੜਾ species ਦਾ extinction ਹੋ ਰਿਹਾ ਹੈ ਉਹਦੇ ਪਿੱਛੇ ਜਿਹੜਾ ਬਹੁਤ ਹੀ salient reason ਹੈ, ਇੱਕ compelling reason ਹੈ, ਉਹ ਕੀ ਹੈ, change in there। ਤਾਂ ਤੁਸੀਂ ਇੱਥੇ ਦੇਖੋ ਆਹ ਲਾਈਨ ਲਿਖਣੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਆਪਦਾ ਵਿਊ ਐਡ ਕਰਨਾ ਹੈ ਤਾਂ ਦੈਨ ਤੁਸੀਂ ਇੱਥੇ ਕੋਮੇ ਨੂੰ ਐਡ ਕਰ ਦੇਣਾ। ਸੋ ਕੋਮਾ ਲਾਵਾਂਗੇ ਦੈਨ ਉਹਨਾਂ ਨੂੰ ਐਗਜ਼ਾਮੀਨਰ ਨੂੰ ਪਤਾ ਲੱਗ ਜੂਗਾ ਕਿ ਹਾਂ ਇਸ ਨੂੰ ਅੱਛੀ ਗ੍ਰਾਮਰ ਆਉਂਦੀ ਹੈ, ਅੱਛਾ ਇਹਨੂੰ ਕੋਹੀਜ਼ਨ ਕੋਹਰੈਂਸ ਮੇਨਟੇਨ ਕਰਨਾ ਆ ਰਿਹਾ ਹੈ। ਸੋ ਇਹਦਾ ਵਿਊ ਕੀ ਹੈ, ਚੇਂਜ ਇਨ ਦੇਅਰ ਨੈਚੁਰਲ ਹੈਬਿਟੈਟਸ ਐਂਡ ਪੋਲਿਊਸ਼ਨ। ਸੋ ਇਹ ਕੀ ਆਪਣੀ ਮੇਨ ਟੌਪਿਕ ਸੈਂਟੈਂਸ ਕਹਿ ਸਕਦੇ ਹਾਂ, ਪਲੱਸ ਆਪਾਂ ਜਿਹੜਾ ਵਿਊ ਲਿਖਣਾ ਉਹ ਆ। ਉਸ ਤੋਂ ਬਾਅਦ
एक्सप्लेनेशन की गल करते हैं टू बी मोर प्रिसाइज वैन ह्यूमनस आर्टिफिशियली ट्रांसफॉर्म द इन्वायरमेंट कि जो ह्यूमनस जोड़े है आर्टिफिशियली बाहरी तौर पर इन्वायरमेंट को ट्रांसफॉर्म करते हैं बदलते हैं चेंज करते हैं दे डिस्ट्रॉय वैजीटेशन एंड एनीमल्स नेचर हैबिटेट तो वह की डिस्ट्रॉय कर देंगे वैजीटेशन ते एनीमल्स की नैचुरल हैबिटेट्स पूरी तरह डिस्ट्रॉय कर देंगे हैं सो डेफिनेटली चेंजेस इन देयर नैचुरल हैबिटेट्स वर्ड आ गया पोल्यूशन आप किद्दां डिस्क्राइब कर रहे हैं एग्जाम्पल के नाल फॉर एग्जाम्पल टू बिल्ड न्यू रोड्स पीपल आर कटिंग डाउन द ट्रीज कि नवीं रोड्स बनाने लई लोकी ट्रीज नूं कट दिंदे है सीमेंटिंग द सॉयल एंड इंडस्ट्रीलाइजेशन तो ओबवियसली की होगा पोल्यूशन होगा अलटरिंग द इन्वायरमेंट तो ये नाल की हुंदा है ये सब करन दे लई वो इन्वायरमेंट नूं चेंज कर देंगे अल्टर हुंदा चेंज करना बिकॉज ऑफ दैट ये बहुत ही अच्छा वर्ड है तुसीं जे अपनी राइटिंग टास्क दे विच यूज़ करते हैं बिकॉज ऑफ दैट ये करके ए लॉट ऑफ स्पीशीज़ आर डाइंग आउट बहुत सारिया स्पीशीज़ मर रही हैं मतलब की है एक्सटिंक्शन ऑफ स्पीशीज़ हो रहे हैं सोल्यूशन ये आप लिखने हैं टू सॉल्व इट बाय प्रोटैक्टिंग एरियाज वेयर ह्यूमन एक्टिविटीज़ आर लिमिटेड कि जेडे उन्होंने एरियाज नू प्रोटैक्ट करके जिथे ह्यूमन की एक्टिविटीज़ बहुत ज़्यादा लिमिटेड है एंड अवॉइडिंग टू इंट्रोड्यूस द कैमिकल फैक्ट्रीज नीयर द हब ऑफ वैजीटेशन होंगे जिथे बहुत ज़्यादा प्राकृतिक तौर पर वैजीटेशन पेड़ पौधे या अच्छी जड़ियां बुत्तियां पाई जांदियां उत्थे उन्होंने कोले एक कैमिकल फैक्ट्रीज नू लाउणा लाइक सैटअप कर अवॉइड करके अनटचड इन्वायरमेंट कैन बी सेव्ड तो इस टाइप नाल की हो सकता है अनटचड इन्वायरमेंट जिहड़ा हजे अच्छा पिया जिसनों किसी ने टच नहीं किया उस इन्वायरमेंट को आपां सेव कर सकते हैं एंड प्रिवेंट स्पीशीज़ फ्रॉम डाइंग आउट तो स्पीशीज़ नूं आपां रोक सकते हैं प्रिवेंट कर सकते हैं फ्रॉम डाइंग आउट उसनूं मरण तो एज अ रिजल्ट इस द की कढ़िया गया देयर फोर दिस प्रैक्टिस वुड बी इमेंसली हैंडी हुंदा वेरी हैल्पफुल टू डैटर हुंदा रोकना कि यह जी प्रैक्टिस है बहुत ही हैल्पफुल साबित होगी रोकण दे लई द डिप्लीशन हुंदा जी रिडक्शन आ रही है कादे विच फ्लोरा एंड फोना मतलब लाइक प्लांट्स और एनीमल दी स्पीशीज़ दे विच सो कंप्लीट बॉडी पैराग्राफ इहदा की बनूगा commencing with the most salient reason behind the species extinction change in their natural habitats is that okay change in their natural habitats first and pollution ते दूसरा की है pollution Next, to be more precise, when humans artificially transform the environment, they destroy vegetation and animals' natural habitat. For instance, to build new roads, people are cutting down the trees, cementing the soil, and industrialization, altering the environment. Because of that, lot of species are dying out. To solve it by protecting areas where human activities are limited and avoiding to introduce the chemical factories near the hub of vegetation, untouched environment can be saved and prevent species from dying out. Therefore, this practice would be immensely handy to deter the depletion of flora and fauna. So, ਇਹਦੇ ਵਿੱਚ ਪਹਿਲਾਂ ਆਪਾਂ topic sentence ਲਿਖਿਆ है, then after ਇਹਦਾ ਵਿਊ ਲਿਖਿਆ ਫਿਰ ਐਕਸਪਲੇਨ ਕੀਤਾ ਹੈ ਐਗਜ਼ਾਮਪਲ ਪਾਇਆ ਉਹਦਾ ਸੋਲੂਸ਼ਨ ਪਾਇਆ ਪਲੱਸ ਆਪਾਂ ਉਸਦਾ ਐਜ਼ ਅ ਰਿਜ਼ਲਟ ਕੱਢਿਆ ਨੈਕਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਦੇਖਦੇ ਹੋ ਉਹਨੂੰ ਸ਼ੁਰੂਆਤ ਕਿੱਦਾਂ ਕਰਨੀ ਹੈ ਤੁਸੀਂ ਅਨਦਰ ਵਰਥ ਕੰਸੀਡਰਿੰਗ ਰੀਜ਼ਨ ਇਜ਼ ਓਵਰ ਐਕਸਪਲੋਇਟੇਸ਼ਨ ਕਿ ਦੂਸਰਾ ਵਰਥ ਕੰਸੀਡਰਿੰਗ ਰੀਜ਼ਨ ਕੀ ਹੈ ਓਵਰ ਐਕਸਪਲੋਇਟੇਸ਼ਨ ਇਹਦੇ ਐਕਸਪਲੇਨੇਸ਼ਨ ਦੇ ਲਈ ਆਪਾਂ ਕੀ ਕਰਾਂਗੇ ਟੂ ਐਕਸਪਲੀਕੇਟ ਇਟ ਇਸ ਨੂੰ ਐਕਸਪਲੇਨ ਕਰਨ ਦੇ ਲਈ ਵੈਨ ਦ ਐਕਟੀਵਿਟੀਜ਼ ਕਨੈਕਟਡ ਵਿਦ ਕੈਪਚਰਿੰਗ ਐਂਡ ਹਾਰਵੈਸਟਿੰਗ ਨੈਚੁਰਲ ਰਿਸੋਰਸਿਸ ਐਕਟੀਵਿਟੀਜ਼ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕੋਈ ਧੰਦਾ ਜਿਹਨੂੰ ਆਪਾਂ ਕਹਿੰਦੇ ਕੰਮ ਹੈ ਉਹ ਜਦੋਂ ਉਹ ਕਨੈਕਟ ਹੁੰਦਾ ਹੈ ਕਿਹਦੇ ਨਾਲ ਕੈਪਚਰਿੰਗ ਫੜਨਾ एंड हारवैसटिंग नैचुरल रिसोर्सिस आर टू इंटेंस इन अ पर्टिकुलर एरिया जो किसी एक पर्टिकुलर एरिया दे विच बहुत ही ज़्यादा हो जाता है द रिसोर्सिस बिकम एग्जॉस्टिड तो रिसोर्सिस की है घट होने लग जाते मतलब नैचुरल रिसोर्सिस हारवैसट करना उन्होंने फड़ना एक पर्टिकुलर एरिया दे विच जो आ सब चीज़ां बहुत ही ज़्यादा हो जाती तो रिसोर्सिस की हो जाते हैं एग्जॉस्टिड बन हो जाते बहुत ज़्यादा घट जाते हैं एग्जाम्पल ਇਹਦੇ ਵਿੱਚ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਨਹੀਂ ਬਟ ਮੈਂ ਇੱਥੇ ਪਾਇਆ just because to clear itself
For example, too frequent fishing does not leave enough time for fish. ਜਿਹੜੀ too frequent fishing ਹੈ ਉਹ does not leave enough time, ਉਹ ਕੀ ਹੈ enough time ਨਹੀਂ ਦਿੰਦੀ for fish to reproduce and make them disappear, ਤੇ ਉਹਨਾਂ ਨੂੰ ਕੀ ਕਰ ਦਿੰਦੀ disappear, ਮਤਲਬ ਜਿੱਦਾਂ ਕਿ ਓਸ਼ਨਸ ਵਗੈਰਾ ਹੁੰਦੇ ਆ ਜਾਂ ਜਿੱਥੇ ਫਿਸ਼ਿਸ ਨੂੰ ਫੜਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਜ਼ਿਆਦਾ ਫਿਸ਼ਿੰਗ ਜਦੋਂ ਕੀਤੀ ਜਾਂਦੀ ਹੈ ਉੱਥੇ ਹਿਊਮਨ ਐਕਟੀਵਿਟੀ ਕੀਤੀ ਜਾਂਦੀ ਹੈ ਫਿਸ਼ਿੰਗ ਦੀ, ਤਾਂ ਉਹ ਕੀ ਕੀਤਾ ਜਾਂਦਾ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਦਿੱਤਾ ਜਾਂਦਾ ਕਿ ਉਹ ਦੁਬਾਰੇ ਰੀਪਰੋਡਿਊਸ ਹੋ ਸਕਣ, ਜਿਹਦੇ ਨਾਲ ਕੀ ਹੈ ਬਹੁਤ ਸਾਰੀਆਂ ਪ੍ਰਜਾਤੀਆਂ ਫਿਸ਼ ਦੀਆਂ ਜਿਹੜੀਆਂ ਡਿਸਅਪੀਅਰ ਹੋ ਗਈਆਂ। ਸੋ ਸੋਲਿਊਸ਼ਨ ਇਸ ਦਾ ਕੀ ਹੋਊਗਾ, ਦ ਸੋਲਿਊਸ਼ਨ ਆਫ ਦਿਸ ਵੁੱਡ ਬੀ ਦੈਟ, ਇਹਦਾ ਸੋਲਿਊਸ਼ਨ ਇਹ ਹੋ ਸਕਦਾ ਹੈ ਕੋਲਾਬਰੇਟਿੰਗ ਐਫਰਟਸ ਆਫ ਗੌਰਮੈਂਟ ਐਂਡ ਮੀਡੀਆ ਤੇ ਗੌਰਮੈਂਟ ਦੇ ਜਿਹੜੇ ਆਪਸੀ ਜੁਆਇੰਟ ਐਫਰਟਸ ਹੈ, ਮੇਕ ਪੀਪਲ ਵਿਜੀਲੈਂਟ, ਇਹ ਲੋਕਾਂ ਨੂੰ ਅਵੇਅਰ ਕਰ ਸਕਦੇ ਆ ਅਬਾਊਟ ਦ ਡੈਟਰੀਮੈਂਟਲ ਪ੍ਰੀਡਾਸਮੈਂਟ ਆਫ ਦਿਸ ਪ੍ਰੋਬਲਮ, ਇਸ ਪ੍ਰੋਬਲਮ ਦੇ ਜਿਹੜੇ ਬਹੁਤ ਹੀ ਭਿਆਨਕ ਸਥਿਤੀ ਇਸ ਪ੍ਰੋਬਲਮ ਨਾਲ ਜਿਹੜੀ ਬਣ ਸਕੀ ਹੈ ਉਹਦੇ ਰਿਗਾਰਡਿੰਗ ਉਹ ਲੋਕਾਂ ਨੂੰ ਵਿਜੀਲੈਂਟ ਕਰ ਸਕਦੇ ਹੈ। ਰਿਜ਼ਲਟ ਇਹਦਾ ਕੀ ਨਿਕਲ ਰਿਹਾ ਹੈ, ਕੌਨਸੀਕੁਐਂਟਲੀ ਪੀਪਲ ਵਿਲ ਬੀ ਮੋਰ ਕੌਨਸ਼ੀਅਸ ਆਫ ਦ ਇਨਵਾਇਰਮੈਂਟ, ਕਿ ਜਿਹੜੇ ਲੋਕ ਹੈਗੇ ਆ ਉਹ ਇਨਵਾਇਰਮੈਂਟ ਦੇ ਰਿਗਾਰਡਿੰਗ ਜ਼ਿਆਦਾ ਕੌਨਸ਼ੀਅਸ ਬਣ ਜਾਣਗੇ ਐਂਡ ਵੁੱਡ ਨਾਟ ਓਵਰ ਯੂਜ਼ ਔਰ ਡਿਸਟਰੋਏ ਦ ਰਿਸੋਰਸਿਸ, ਤੇ ਇਹ ਨਾ ਹੀ ਓਵਰ ਯੂਜ਼ ਕਰਨਗੇ ਤੇ ਨਾ ਹੀ ਰਿਸੋਰਸਿਸ ਨੂੰ ਡਿਸਟਰੋਏ ਕਰਨਗੇ। ਸੋ ਇਸ ਬੋਡੀ ਪੈਰਾਗ੍ਰਾਫ ਦੇ ਵਿੱਚ ਵੀ ਆਪਾਂ ਇੱਕ ਵਿਊ ਐਡ ਕੀਤਾ ਪਲੱਸ ਉਹਦਾ ਐਕਸਪਲੇਨੇਸ਼ਨ, example, solution and then result। then ਇਸ ਨੂੰ ਅੱਗੇ ਦੇਖਦੇ ਹਾਂ as a full body paragraph। you could see here another worth considering reason is over exploitation, to explicate it when the activities connected with capturing and harvesting a natural resources are too intense in a particular area, the resources become exhausted. For example, too frequent fishing does not leave enough time to for fish to reproduce and makes them disappear. The solution of this would be that collaborating efforts of government and media make people vigilant about the detrimental predicament of this problem. Consequently, people will be more conscious of the environment and would not overuse or destroy the resources। now let's move to the conclusion कि तुसी conclusion किस type ਨਾਲ लिखना है। in conclusion, indeed people's activities extravagantly change the environment in a negative way। ਉਹਨਾਂ ਨੇ ਕਿਹਾ ਕਿ indeed ਹੁੰਦਾ ਇਹ ਜਮਾ ਸੱਚ ਹੈ ਕਿ ਜਿਹੜੀਆਂ ਲੋਕਾਂ ਦੀਆਂ ਐਕਟੀਵਿਟੀਜ਼ ਹੈ ਉਹ extravagantly ਬੜੀ ਹੀ ਤੇਜ਼ੀ ਦੇ ਨਾਲ environment ਨੂੰ change ਕਰ ਰਹੀਆਂ ਇੱਕ ਨੈਗੇਟਿਵ ਵੇ ਦੇ ਵਿੱਚ। however, यद्यपि masses can significantly, ਜਿਹੜੇ masses ਹੈਗੇ ਆ ਉਹ ਲਗਾਤਾਰ ਕੀ ਕਰ ਰਹੇ ਆ, lessen the extinction of species by ਪ੍ਰੋਟੈਕਟਿੰਗ ਨੈਚੁਰਲ ਏਰੀਆਜ਼, ਉਹ ਕਰ ਸਕਦੇ ਹੈ ਮਾਸਿਸ ਜਿਹੜੇ ਲੋਕੀ ਆ ਉਹ ਸਪੀਸ਼ੀਜ਼ ਦੀ ਜਿਹੜੀ ਕਮੀ ਹੋ ਰਹੀ ਹੈ ਉਸ ਨੂੰ ਘੱਟ ਕਰ ਸਕਦੇ ਆ ਬਾਏ ਪ੍ਰੋਟੈਕਟਿੰਗ ਨੈਚੁਰਲ ਏਰੀਆਜ਼ ਨੂੰ ਪ੍ਰੋਟੈਕਟ ਕਰਕੇ ਐਂਡ ਇਨਲਾਈਟਨਿੰਗ ਪੀਪਲ ਐਜ਼ ਟੂ ਦਿਸ ਕੰਟੈਂਸ਼ੀਅਸ ਇਸ਼ੂਜ਼, ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਾ ਕੇ ਕਿ ਇਸ ਕੰਟੈਂਸ਼ੀਅਸ ਇਸ਼ੂ ਦੇ ਬਾਰੇ ਕਿ ਬਹੁਤ ਹੀ ਜ਼ਿਆਦਾ ਭਖਦਾ ਹੋਇਆ ਮੁੱਦਾ ਹੈ, ਇਹ ਬਹੁਤ ਹੀ ਹਾਨੀਕਾਰਕ ਹੈ, ਹਾਰਮਫੁਲ ਆਪਣੇ ਫਿਊਚਰ ਦੇ ਲਈ। ਸੋ ਇਹ ਸੀਗਾ ਅੱਜ ਦਾ ਪੂਰਾ cause and solution ਦਾ ਸੈਂਪਲ ਪਲੱਸ ਇਹਦਾ ਫਾਰਮੈਟ ਕਿ ਇਸ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ। 1 by 1 ਮੈਂ ਤੁਹਾਨੂੰ ਡਿਸਕ੍ਰਾਈਬ ਕੀਤਾ ਕਿ ਕਿਸ ਟਾਈਪ ਨਾਲ ਤੁਸੀਂ ਵਿਊ ਲਿਖਣਾ ਹੈ, ਕਿੱਦਾਂ ਉਹਦਾ ਐਕਸਪਲੇਨੇਸ਼ਨ ਦੇਣਾ, ਕਿਵੇਂ ਸੋਲਿਊਸ਼ਨ ਪਲੱਸ ਕਿੱਦਾਂ ਐਜ਼ ਅ ਰਿਜ਼ਲਟ ਉਸ ਨੂੰ ਲਿਖਣਾ ਆ। ਸੋ ਪਲੀਜ਼ ਟਰਾਈ ਟੂ ਡੂ ਲਾਈਕ ਦਿਸ, ਇਸ ਨੂੰ ਇਸ ਤਰ੍ਹਾਂ ਕਰੋ ਤਾਂ ਕਿ ਤੁਹਾਡੇ ਅੱਛੇ ਬੈਂਡ ਸਕੋਰ ਹੋ ਸਕਣ। ਸੋ ਨੈਕਸਟ ਵੀਡੀਓ ਦੇ ਵਿੱਚ I will discuss about the agree and disagree ਕਿ agree and disagree ਨੂੰ ਤੁਸੀਂ ਕਿੱਦਾਂ ਕਰ ਸਕਦੇ ਹੋ with a sample answer। if you need something else and if you need the videos on something another like topics, you can message me in a comment box so that I will make the video on those topics as well। thank you।